ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਅੱਜ ਆਪਾਂ ਵਿਚਾਰਾਂਗੇ, ਪਰਸੋਂ ਜੋ ਆਪਾਂ ਵਿਚਾਰ ਕੀਤੀ ਸੀ ਉਹ ਕੋਈ ਨੈਟ ਪ੍ਰੋਬਲਮ ਸੀ, ਇਸ ਕਰਕੇ ਚੱਲ ਨਹੀਂ ਸੀ ਸਕੀ ਅਤੇ ਉਹ ਲੋਡ ਨਹੀਂ ਸੀ ਹੋਈ ਆਪਣੀ ਵੀਡੀਓ ਜੋ ਆਪਾਂ ਵਿਚਾਰ ਕੀਤੀ ਸੀ। ਸੋ ਆਓ ਆਪਾਂ ਉਸ ਨੂੰ ਵੀ ਵਿਚਾਰ ਲੈਂਦੇ ਹਾਂ ਦੁਬਾਰਾ, ਕਿਉਂਕਿ ਫਿਰ ਲੜੀਵਾਰ ਆਪਾਂ ਵਿਚਾਰ ਕਰ ਰਹੇ ਹਾਂ। ਸੋ ਆਓ 972 ਅੰਗ ਤੇ ਸੀ, ਬਾਣੀ ਨਾਮ ਦੇਵੋ ਜੀ ਕੀ ਰਾਮ ਕਲੀ ਕਰ ਪਹਿਲਾ। ਰਾਮ ਕਲੀ ਰਾਗ ਦੇ ਵਿੱਚ ਪਹਿਲਾ ਕਰ ਭਗਤ ਬਾਬਾ ਨਾਮਦੇਵ ਜੀ ਦੀ ਬਾਣੀ ਸੀ। ਤੇ ਇੱਕ ਓੰਕਾਰ ਸਤਿਗੁਰ ਪ੍ਰਸਾਦ, ਸਤਿਗੁਰ ਦੀ ਕਿਰਪਾ ਸਦਕਾ ਜੋ ਇੱਕ ਨਿਰੰਕਾਰ ਵਾਹਿਗੁਰੂ ਹੈ, ਉਸ ਦਾ ਗਿਆਨ, ਉਸ ਦੀ ਸਿਫਤ ਸਲਾਹ, ਉਸ ਦਾ ਪਹਿਚਾਨ ਸਭ ਸਤਿਗੁਰ ਦੀ ਕਿਰਪਾ ਸਦਕਾ। ਰਹੋ ਪੰਕਤੀਆਂ ਨੇ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿੱਤ ਮਾਂਡੀ ਅਲੇ। ਕਿ ਮਨ ਨੂੰ ਰਾਮ ਨਾਮ ਦੇ ਵਿੱਚ ਏਦਾਂ ਆਪਾਂ ਜੋੜ ਲੈਣਾ ਹੈ, ਏਦਾਂ ਵੇਦ ਲੈਣਾ ਹੈ, ਏਦਾਂ ਗਿਜਾ ਲੈਣਾ ਹੈ ਜਿਵੇਂ ਸੁਨਿਆਰ ਹੈ, ਕੋਈ ਚਿੱਤਕਲਾ ਦੁਆਰਾ ਕੋਈ ਬਣਾਉਂਦਾ ਹੈ, ਕੋਈ ਗਹਿਣਾ ਬਣਾਉਂਦਾ ਹੈ, ਉਸ ਦੇ ਵਿੱਚ ਵਧੀਆ ਕੋਈ ਡਿਜ਼ਾਈਨ ਕਹਿ ਦਿੰਦੇ ਆਪਾਂ ਨੂੰ ਉਸ ਨੂੰ, ਕਿ ਕੋਈ ਵਿੱਚ ਚਿੱਤਰਕਾਰੀ ਵੀ ਬਣਾ ਦਿੰਦੇ ਨੇ ਗਹਿਣਿਆਂ ਦੇ ਵਿੱਚ, ਜਾਂ ਕੋਈ ਵੱਖਰੀ ਵੱਖਰੀ ਤਰ੍ਹਾਂ ਦੇ ਗਹਿਣੇ ਤਿਆਰ ਕਰਦਾ ਹੈ। ਪਰ ਧਿਆਨ ਬਿਲਕੁਲ, ਕਿਉਂਕਿ ਬਰੀਕੀ ਦਾ ਕੰਮ ਹੁੰਦਾ ਹੈ, ਧਿਆਨ ਬਿਲਕੁਲ ਉਸ ਦੇ ਵਿੱਚ ਜੁੜਿਆ ਰਹਿਣਾ ਹੁੰਦਾ ਹੈ, ਜੁੜਿਆ ਰਹਿੰਦਾ ਹੈ ਉਸ ਦਾ। ਇੱਦਾਂ ਹੀ ਸਾਡਾ ਮਨ ਜਿਹੜਾ ਹੈ, ਕਿਉਂਕਿ ਨਾਮ ਵੀ ਗਹਿਣਾ ਹੈ, ਤੇ ਸਾਡਾ ਮਨ ਵੀ ਉਸ ਦੇ ਵਿੱਚ ਵੇਦਿਆ ਰਹਿਣਾ ਚਾਹੀਦਾ ਹੈ। ਉਦਾਹਰਨ ਦਿੱਤੀ ਨੇ ਹੈ ਸੁਨਿਆਰ ਦੀ, ਕਿ ਉਹ ਜਦੋਂ ਕੋਈ ਗਹਿਣਾ ਬਣਾਉਂਦਾ ਹੈ ਉਸ ਦਾ ਧਿਆਨ ਬਿਲਕੁਲ ਬਰੀਕੀ ਦਾ ਕੰਮ ਹੈ ਉਸ ਵਿੱਚ ਹੁੰਦਾ ਹੈ। ਰੋਹ ਪੰਕਤੀਆਂ ਨੇ ਸ਼ਬਦ ਦੀਆਂ, ਕਿ ਇੱਦਾਂ ਆਪਣੇ ਮਨ ਨੂੰ ਜੋੜਨਾ ਹੈ, ਜਿਵੇਂ ਸੁਨਿਆਰ ਦਾ ਮਨ ਗਹਿਣਾ ਬਣਾਉਂਦੇ ਹੋਏ ਉਸ ਗਹਿਣੇ ਦੇ ਵਿੱਚ, ਉਸ ਆਪਣੀ ਕਿਰਤ ਦੇ ਵਿੱਚ ਜੁੜਿਆ ਹੁੰਦਾ ਹੈ। ਤੇ ਉਦਾਹਰਨਾਂ ਦਿੰਦੇ ਨੇ, ਆਨੀ ਲੈ ਕਾਗਦ ਕਾਟੀ ਲੈ ਗੂੜੀ, ਆਕਾਸ਼ ਮਦੇ ਭਰਮੀ ਅਲੇ। ਕਿ ਕਾਗਜ਼ ਦੀ ਨੂੰ ਕੱਟ ਕੇ ਇੱਕ ਪਤੰਗ ਤਿਆਰ ਕੀਤਾ ਜਾਂਦਾ ਹੈ ਤੇ ਉਸ ਨੂੰ ਫਿਰ ਆਕਾਸ਼ ਦੇ ਵਿੱਚ ਉਡਾਇਆ ਜਾਂਦਾ ਹੈ। ਆਕਾਸ਼ ਦੇ ਵਿੱਚ ਉੱਧਰ ਉੱਧਰ ਨੂੰ ਪਤੰਗ ਉੱਡਦਾ ਹੈ। ਪੰਜ ਜਨਾ ਸਿਓ ਬਾਤ ਬਤੂਆ, ਚੀਤ ਸੋ ਡੋਰੀ ਰਾਖੀ ਅਲੇ। ਹੁਣ ਜਿਹੜਾ ਪਤੰਗ ਉਡਾਉਣ ਵਾਲਾ ਹੁੰਦਾ ਹੈ, ਜਿਹਦੇ ਹੱਥ ਵਿੱਚ ਡੋਰੀ ਹੈ, ਚਿੱਤ ਉਸਦਾ ਉਸ ਡੋਰ ਦੇ ਵਿੱਚ, ਪਤੰਗ ਦੇ ਵਿੱਚ ਹੁੰਦਾ ਹੈ, ਤੇ ਕੋਈ ਹੋਰ ਜਨ ਆਉਂਦੇ ਨੇ, ਉਹਨਾਂ ਨਾਲ ਉਸਦੀ ਬਾਤਚੀਤ ਵੀ ਚੱਲਦੀ ਹੈ। ਇੱਦਾਂ ਹੀ ਮਨ ਸਾਡਾ ਸੰਸਾਰ ਦੇ ਵਿੱਚ ਵੀ ਜੁੜਿਆ ਰਹਿ ਸਕਦਾ ਹੈ। ਸੰਸਾਰ ਨਾਲ ਗੱਲਾਂ ਵੀ ਮੁਖ ਤੋਂ ਕਰ ਸਕਦੇ ਹਾਂ, ਸੁਣ ਵੀ ਸਕਦੇ ਹਾਂ, ਲੇਕਿਨ ਧਿਆਨ ਚਿੱਤ ਹੈ ਜਿਹੜਾ ਸਾਡਾ ਨਾਮ ਦੇ ਵਿੱਚ ਐਵੇਂ ਹੀ ਜੁੜ ਜਾਂਦਾ ਹੈ, ਜਿਵੇਂ ਇੱਕ ਪਤੰਗ ਉਡਾਉਣ ਵਾਲੇ ਦਾ ਚਿੱਤ ਡੋਰ ਦੇ ਵਿੱਚ ਹੁੰਦਾ ਹੈ, ਪਤੰਗ ਦੇ ਵਿੱਚ ਹੁੰਦਾ ਹੈ, ਤੇ ਨਾਲ ਨਾਲ ਉਹ ਕਿਸੇ ਨਾਲ ਗੱਲਾਂ ਕਰੀ ਵੀ ਜਾਂਦਾ, ਸੁਣਦਾ ਵੀ ਹੈ, ਬੋਲਦਾ ਵੀ ਹੈ।
ਆਨੀ ਲੈ ਕੁੰਭ ਭਰਾਈ ਲੈ ਉਦਕ ਰਾਜ ਕੁਆਰ ਪੁਰੰਦਰੀਏ। ਇੱਦਾਂ ਹੀ ਪਹਿਲੇ ਸਮਿਆਂ ਦੇ ਵਿੱਚ ਖੂਹਾਂ ਤੋਂ ਪਾਣੀ ਲੈ ਕੇ ਲਾਉਂਦੀਆਂ ਸੀ ਲੜਕੀਆਂ, ਤੇ ਕਹਿੰਦੇ ਸਮਝਾਉਂਦੇ ਨੇ, ਕਹਿੰਦੇ ਏਦਾਂ ਕੁੰਭ ਘੜੇ ਨੂੰ ਕਹਿ ਦਿੰਦੇ ਕਿ ਘੜਾ ਲੈ ਕੇ ਆਉਂਦੀਆਂ ਸੀ ਖੂਹ ਦੇ ਉੱਤੇ ਤੇ ਉੱਥੋਂ ਪਾਣੀ ਭਰਾ ਲੈਂਦੀਆਂ ਸੀ। ਰਾਜਕੁਮਾਰ ਪੁਰੰਦਰੀਏ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਖੂਹਾਂ ਤੋਂ ਪਾਣੀ ਭਰ ਕੇ ਲੈ ਕੇ ਆਉਂਦੀਆਂ ਸੀ। ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੁਗਾਗਰ ਰਾਖੀ ਲੈ, ਤੇ ਉਹ ਹੱਸਦੀਆਂ ਵਿਚਾਰਾਂ ਕਰਦੀਆਂ, ਇੱਕ ਦੂਜੇ ਨੂੰ ਮਖੌਲ ਕਰਦੀਆਂ, ਤੇ ਪਰ ਚਿੱਤ ਉਹਨਾਂ ਦਾ ਉੱਪਰ ਜਿਹੜੀ ਸਿਰ ਤੇ ਪਈ ਗਾਗਰ ਹੈ, ਕੜਾ ਹੈ, ਉਸ ਦੇ ਵਿੱਚ ਹੁੰਦਾ, ਤਾਂ ਕਿ ਡਿੱਗ ਨਾ ਜਾਵੇ। ਨਾਲੇ ਆਪਣਾ ਇੱਕ ਦੂਜੇ ਦੀਆਂ ਗੱਲਾਂ ਹੱਸ ਕੰਨਾਂ ਨਾਲ ਸੁਣਦੀਆਂ ਵੀ, ਫਿਰ ਮੁੱਖੋਂ ਬੋਲਦੀਆਂ ਵੀ, ਲੇਕਿਨ ਚਿੱਤ ਸਿਰ ਤੇ ਪਏ ਜਿਹੜੀ ਗਾਗਰ ਹੈ ਉਸ ਦੇ ਵਿੱਚ ਰੱਖਦੀਆਂ। ਮੰਦਰ ਏਕ ਦੁਆਰ 10 ਜਾ ਕੇ ਗਊ ਚਰਾਵਣ ਛਾੜੀ ਵਾਲੇ। ਉਹ ਸਮਝਾਉਂਦੇ ਨੇ ਕਿ ਏਦਾਂ ਹੀ ਲੋਕ ਆਪਣੇ ਪਸ਼ੂਆਂ ਨੂੰ ਚਾਰਨ ਵਾਸਤੇ ਲੈ ਜਾਂਦੇ। ਗਾਂ ਜੇ ਸੂਈ ਹੋਈ ਗਾਂ ਹੈ, ਗਾਂ ਦਾ ਘਰ 'ਚ ਬਛੜਾ ਹੈ, ਤੇ ਉਸ ਦਾ ਧਿਆਨ ਬੱਚੇ ਵਿੱਚ ਹੀ ਰਹਿੰਦਾ ਹੈ। ਪਾਚ ਕੋਸ ਪਰ ਗਊ ਚਰਾਵਤ ਚੀਤ ਸੋ ਬਛੜਾ ਰਾਖੀ ਲੈ। ਕਹਿੰਦੇ 5 ਕੋ ਦੂਰ ਵੀ ਗਾਂ ਚਰਦੀ ਫਿਰਦੀ ਹੈ, ਲੇਕਿਨ ਚਿੱਤ ਉਸ ਦਾ ਆਪਣੇ ਬਛੜੇ ਵਿੱਚ ਹੁੰਦਾ ਹੈ। ਏਦਾਂ ਹੀ ਅਸੀਂ ਕਿਸੇ ਵੀ ਕੁਛ ਵੀ ਤਨ ਦੁਆਰਾ ਕਰੀਏ, ਲੇਕਿਨ ਧਿਆਨ ਪਰਮੇਸ਼ਰ ਦੇ ਵਿੱਚ ਜੁੜ, ਏਦਾਂ ਭੇਦ ਲੈਣਾ ਹੁੰਦਾ ਹੈ। ਜਿਵੇਂ ਉਦਾਹਰਨਾਂ ਦਿੰਦੇ ਨੇ, ਕਹਿਤ ਨਾਮ ਦਿਓ ਸੁਣੋ ਤਿਲੋਚਨ ਬਾਲਕ ਪਾਲਣ ਪੌੜੀ ਵਾਲੇ। ਤੇ ਏਦਾਂ ਸਮਝਾਉਂਦੇ ਨੇ ਭਗਤ ਬਾਬਾ ਨਾਮਦੇਵ ਜੀ ਤਿਲੋਚਨ ਜੀ ਨੂੰ ਕਿ ਜਿਵੇਂ ਔਰਤ ਹੈ ਆਪਣੇ ਬੱਚੇ ਨੂੰ ਪਾਲਦੀ ਹੈ, ਇੱਕ ਮਾਂ ਆਪਣੇ ਬੱਚੇ ਨੂੰ ਪਾਲਦੀ ਹੈ, ਪੰਗੂੜੇ 'ਚ ਪਾ ਦਿੰਦੀ ਹੈ। ਅੰਤਰ ਬਾਹਰ ਕਾਜ ਵਿਰੋਧੀ ਚੀਤ ਸੁਬਾਰਿਕ ਰਾਖੀ ਲੈ। ਅੰਤਰ ਬਾਹਰ ਕਾਰਜ ਵੀ ਕਰਦੀ ਹੈ, ਤਨ ਨਾਲ ਸਾਰੇ ਕਾਰਜ ਕਰਦੀ ਹੈ, ਲੇਕਿਨ ਚਿੱਤ ਉਸ ਬੱਚੇ ਦੇ ਵਿੱਚ ਹੁੰਦਾ ਹੈ, ਧਿਆਨ ਉਸ ਬੱਚੇ ਵਿੱਚ ਹੁੰਦਾ ਹੈ। ਏਦਾਂ ਹੀ ਅਸੀਂ ਆਪਣਾ ਮਨ ਪਰਮੇਸ਼ਰ 'ਚ ਜੋੜਨਾ ਹੁੰਦਾ, ਹੱਥਾਂ ਪੈਰਾਂ ਦੇ ਨਾਲ ਕਰਮ ਕਰਨਾ ਹੁੰਦਾ, ਕਿਰਤ ਕਰਨੀ ਹੁੰਦੀ ਹੈ। ਕਿਉਂਕਿ ਤਿਲੋਚਨ ਨੇ ਇੱਕ ਸ਼ਬਦ ਬਾਬਾ ਨਾਮਦੇਵ ਜੀ ਨੂੰ ਕਿਹਾ ਸੀ, ਕਿਉਂਕਿ ਬਾਬਾ ਨਾਮਦੇਵ ਜੀ ਕਿਰਤੀ ਸਨ, ਗਰੀਬ ਸਨ, ਸੰਸਾਰਿਕ ਤੌਰ 'ਤੇ ਮਿਹਨਤ ਕਰਨ ਵਾਲੇ ਸਨ। ਤੇ ਨਾਮਦੇਵ ਜੀ ਨੇ ਆ ਕੇ, ਨਾਮਦੇਵ ਜੀ ਨੂੰ ਤਿਲੋਚਨ ਜੀ ਨੇ ਆ ਕੇ ਕਿਹਾ ਸੀ ਕਿ ਤੂੰ ਤਾਂ ਮਾਇਆ ਦੇ ਵਿੱਚ ਮੋਇਆ ਹੈ। ਨਾਮਾ ਮਾਇਆ ਮੋਹਿਆ ਕਹੇ ਤਿਲੋਚਨ ਮੀਤ, ਕਾਹੇ ਛੀਪੇ ਛਾਇਲੇ ਰਾਮ ਨਾ ਲਾਵੇ ਚੀਤ। ਵੀ ਕਿਉਂ ਤੂੰ ਛਿੰਬਿਆ, ਕਿਉਂ ਰਾਮ ਨਾਮ ਦੇ ਵਿੱਚ ਚਿੱਤ ਨਹੀਂ ਜੋੜਦਾ? ਤੂੰ ਤਾਂ ਮਾਇਆ ਦਾ ਮੋਇਆ, ਤੂੰ ਤਾਂ ਹਰ ਸਮੇਂ ਕਿਰਤ ਹੀ ਕਰਦਾ ਰਹਿੰਦਾ, ਕਰਮ ਹੀ ਕਰਦਾ ਰਹਿੰਦਾ ਹੈ। ਤੇ ਫਿਰ ਬਾਬਾ ਨਾਮਦੇਵ ਜੀ ਨੇ ਜੋ ਜਵਾਬ ਦਿੱਤਾ ਸੀ ਕਿ ਭਾਈ ਨਾਮਾ ਕਹੇ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕੰਮ ਸਭ ਚੀਤ ਨਿਰੰਜਨ ਨਾਲ। ਕਿ ਆਪਣੇ ਮੁਖ ਤੇ ਰਾਮ ਸੰਭਾਲ, ਮੁਖ ਤੇ ਪ੍ਰਕਾਸ਼ ਹੋ ਗਿਆ, ਉਜਲ ਹੋ ਗਿਆ, ਪ੍ਰਗਟ ਹੋ ਗਿਆ ਪ੍ਰਕਾਸ਼, ਉਸ ਪ੍ਰਕਾਸ਼ ਨੂੰ ਦੇਖ ਲੈਣਾ, ਸੰਭਾਲਣਾ ਹੈ। ਤੇ ਹੱਥਾਂ ਪੈਰਾਂ ਨਾਲ ਕੰਮ ਕਰਨੇ ਨੇ, ਚਿੱਤ ਜੋੜ ਕੇ ਰੱਖਣਾ ਹੈ ਪਰਮੇਸ਼ਰ ਦੇ ਵਿੱਚ। ਸੋ ਇਵੇਂ ਹੀ ਜਿਵੇਂ ਇਹ ਸ਼ਬਦ ਦੇ ਵਿੱਚ ਹੈ, ਉਸ ਲੋਕਾਂ ਦੇ ਵਿੱਚ ਵੀ ਏਦਾਂ ਹੀ ਭਗਤ ਨਾਮਦੇਵ ਜੀ ਨੇ ਤਿਲੋਚਨ ਜੀ ਨੂੰ ਸਮਝਾਇਆ ਸੀ। ਆਓ ਅਗਲਾ ਸ਼ਬਦ ਜਿਹੜਾ ਹੈ, ਬੈਰਾਗੀ ਰਾਮ ਹੈ ਗਾਵੋ ਗੋ, ਸ਼ਬਦ ਅਤੀਤ ਅਨਾਹਦ ਰਾਤਾ ਆਕੁਲ ਕਹਿ ਕਰ ਜਾਓ ਗੋ। ਵੀ ਉਸ ਪਰਮੇਸ਼ਰ ਦਾ ਜਿਹੜਾ ਇਸ ਮਾਇਆ ਤੋਂ ਬੈਰਾਗ ਹੋ ਕੇ ਰਾਮ ਦੇ ਘਰ ਵਿੱਚ ਵਸਿਆ ਹੋਇਆ ਹੈ, ਉਹੀ ਫਿਰ ਰਾਮ ਦੇ ਬਾਰੇ ਗਾਉਂਦਾ ਹੈ। ਜਿਹੜਾ ਆਪ ਸ਼ਬਦ ਅਤੀਤ ਅਨਾਹਦ ਰਾਤਾ, ਜਿਹੜਾ ਸ਼ਬਦ ਦੁਆਰਾ 3 ਗੁਣਾ ਤੋਂ ਅਤੀਤ ਹੋ ਕੇ ਅਨਾਹਦ ਦੇ ਵਿੱਚ ਰਤਿਆ ਹੋਇਆ ਹੈ। ਆਕੁਲ ਕਹਿ ਕਰ
ਜਾਓ ਕੋ। ਉਹ ਪਰਮੇਸ਼ਰ ਜੋ ਸਰਵਵਿਆਪੀ ਹੈ, ਜਿਹਦਾ ਥਿਰ ਘਰ ਵਿੱਚ ਸੱਚੇ ਘਰ ਵਿੱਚ ਵਾਸਾ ਹੈ, ਤੇ ਉਸਦੇ ਘਰ ਜਾ ਕੇ ਉਹ ਸ਼ਬਦ ਨੂੰ ਫਿਰ ਗਾਉਂਦਾ ਹੈ। ਗਾਵੇ ਗੋ ਬੈਰਾਗੀ ਰਾਮ ਕਾ ਬੈਰਾਗੀ, ਇਸ ਮਾਇਆ ਤੋਂ ਨਿਰਲੇਪ ਹੋ ਕੇ ਸੱਚੇ ਘਰ ਵਿੱਚ ਵਸ ਕੇ ਫਿਰ ਗਾਵੋਗੇ, ਕਿਉਂਕਿ ਉੱਥੇ ਹੀ ਗਾਇਆ ਜਾਂਦਾ ਹੈ ਸੱਚਾ ਘਰ ਸਹਿਜ, ਜਿਸ ਨੂੰ ਕਿਹਾ ਹੈ ਇਹ ਸਾਚਾ ਸੋਹਿਲਾ ਸਾਚੇ ਘਰ ਗਾਵੋ। ਗਾਵੋ ਤਾਂ ਸੋਹਿਲਾ ਘਰ ਸਾਚਾ, ਜਿੱਥੇ ਸਦਾ ਸੱਚ ਤੇ ਆਵੇ, ਸੱਚੋ ਤੇ ਆਵੇ, ਜਾ ਤੁਧ ਪਾਵੇ ਗੁਰਮੁਖ ਜਿਨਾ ਬੁਝਾਵੇ। ਜਿਨ੍ਹਾਂ ਨੂੰ ਬੁਝਾ ਦਿੰਦਾ ਫਿਰ ਉਹ ਸੱਚੇ ਘਰ 'ਚ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ। ਸੱਚੋ ਬੁਝਾਵੇ ਗੁਰਮੁਖ ਮਤਲਬ ਸਮਝਾਉਂਦੇ ਕਿ ਜਿਨ੍ਹਾਂ ਨੂੰ ਆਪ ਬੁਝਾਉਂਦਾ ਹੈ ਫਿਰ ਉਸ ਦੇ ਬਾਰੇ ਕਹਿੰਦੇ ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੈ ਸੋ ਜਨਮ ਪਾਵੇ। ਜਿਸ ਨੂੰ ਬਖਸ਼ਿਸ਼ ਕਰਦਾ ਉਹ ਫਿਰ ਉਸ ਨੂੰ ਪ੍ਰਾਪਤ ਕਰ ਲੈਂਦਾ ਹੈ, ਸੱਚੇ ਘਰ ਵਿੱਚ ਗਾਉਂਦਾ ਹੈ। ਇੱਥੇ ਵੀ ਇਹ ਸਮਝਾਇਆ ਕਿ ਫਿਰ ਉਹ ਜੀਵ ਉਸ ਪਰਮੇਸ਼ਰ ਦੇ ਬਾਰੇ ਗਾਉਂਦਾ ਉਸ ਘਰ ਵਿੱਚ ਜਾ ਕੇ ਆਕੁਲ, ਉਸ ਜਿਹੜਾ ਨਿਜ ਮਹਿਲ ਹੈ, ਥਿਰ ਘਰ ਹੈ, ਨਿਜ ਘਰ ਹੈ, ਉੱਥੇ ਜਾ ਕੇ ਹੀ ਇਹ ਗਾਇਆ ਜਾਂਦਾ ਹੈ ਸੱਚਾ ਘਰ। ਕਿਵੇਂ ਗਾਇਆ ਜਾਂਦਾ ਹੈ? ਵੇਦ ਪੁਰਾਣ ਸ਼ਸਤਰ ਅਨੰਤਾ ਗੀਤ ਕਵਿਤ ਨਾ ਗਾਵੋਗੇ, ਕਿ ਅਸੀਂ ਕੋਈ ਇਹ ਕਵਿਤ ਨਹੀਂ ਗਾਉਣੇ, ਅਸੀਂ ਕੋਈ ਵੇਦਾਂ ਸ਼ਾਸਤਰਾਂ ਦੇ ਵਿੱਚ ਲਿਖੇ ਗੀਤ ਨਹੀਂ ਗਾਉਣੇ। ਕੀ ਗਾਉਣਾ ਹੈ? ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨ ਬਜਾਵੋ ਕੋ, ਕਿ ਅਸੀਂ ਤਾਂ ਅਨਹਦ ਦੇ ਵਿੱਚ, ਅਖੰਡ ਮੰਡਲ ਦੇ ਵਿੱਚ, ਸੁਨ ਮੰਡਲ ਦੇ ਵਿੱਚ, ਗਗਨ ਮੰਡਲ ਦੇ ਵਿੱਚ ਬੇਨ ਹੁੰਦਾ ਬਚਨ, ਉਹ ਗਿਆਨ ਦੇਣਾ, ਉਹ ਅਸੀਂ ਤਾਂ ਗਿਆਨ ਦੇਵਾਂਗੇ ਜਿਹੜਾ ਅਨਹਦ ਦੇ ਵਿੱਚ, ਨਿਰੰਕਾਰ ਦੇ ਵਿੱਚ ਕਿਵੇਂ ਜੋੜਨਾ ਹੈ ਮਨ ਨੂੰ, ਅਨਾਹਤ ਦਾ ਗਿਆਨ ਦੇਵਾਂਗੇ, ਉਹ ਬਜਾਵਾਂਗੇ। ਬਜਾਵੋਗੋ ਈੜਾ ਪਿੰਗਲਾ ਔਰ ਸੁਖਮਨਾ ਪਾਉਣੇ ਬੰਦ ਰਹਾਓਗੋ। ਕੀ ਕਰਨਾ ਹੈ? ਈੜਾ ਪਿੰਗਲਾ ਔਰ ਸੁਖਮਨਾ ਤਿੰਨ ਜਿਹੜੀਆਂ ਸਾਡੀਆਂ ਸੁਰਾਂ ਨੇ, ਦੋ ਸੁਰਾਂ ਜਿੱਥੋਂ ਆਪਾਂ ਸਵਾਸ ਲੈਂਦੇ ਹਾਂ, ਈੜਾ ਇੱਧਰਲੀ ਪਿੰਗਲਾ, ਤੇ ਇਸ ਪਾਸੇ ਹੀ ਸਾਡੀ ਸੁਖਮਨਾ ਜੋ ਗੁਪਤ ਹੈ ਉਹ ਫਿਰ ਪ੍ਰਗਟ ਹੁੰਦੀ ਹੈ। ਉਸ ਸਥਾਨ ਤੇ ਬੈਠ ਕੇ ਉਸ ਪਰਮੇਸ਼ਰ ਦੇ ਬਾਰੇ ਗਾਵਾਂਗੇ, ਇਹ ਗਿਆਨ ਦੇਵਾਂਗੇ। ਜਿੱਥੋਂ ਪਾਉਣ ਅੰਦਰ ਜਾਂਦੀ, ਇਸ ਪੁਆਇੰਟ ਤੇ ਆਪਣੇ ਧਿਆਨ ਨੂੰ ਚਿੱਤ ਜੋੜ ਕੇ ਰੱਖਣਾ ਹੈ। ਚੰਦ ਸੂਰਜ ਤੋਂ ਸਮ ਕਰ ਰੱਖੋ, ਬ੍ਰਹਮ ਜੋਤ ਮਿਲ ਜਾਓਗੋ। ਵੀ ਆਪਣੇ ਦੋਨਾਂ ਨੇਤਰ, ਸੱਜਾ ਸੂਰਜ ਹੈ, ਖੱਬਾ ਚੰਦਰਮ ਹੈ, ਦੋਨਾਂ ਨੂੰ ਇਸ ਪੁਆਇੰਟ ਤੇ ਸਮ ਕਰਕੇ ਰੱਖਾਂਗੇ ਜਿੱਥੋਂ ਪਾਉਣ ਦਾ ਬੰਧਨ ਚੱਲਦਾ ਹੈ, ਤੇ ਇੱਥੇ ਅਸੀਂ ਜੋੜ ਕੇ ਰੱਖਾਂਗੇ ਤੇ ਬ੍ਰਹਮ ਜੋਤ ਦੇ ਵਿੱਚ ਸਾਡੀ ਜੋਤ ਮਿਲ ਜਾਏਗੀ। ਤੀਰਥ ਦੇਖ ਨ ਜਲ ਮੈਂ ਪੈਸੋਂ, ਜੀ ਜੰਤ ਨਾ ਸਤਾਵੋ ਕੋ। ਕਹਿੰਦੇ ਅਸੀਂ ਤੀਰਥਾਂ ਨੂੰ ਦੇਖ ਕੇ ਅਸੀਂ ਨਹੀਂ ਪਾਣੀ ਦੇ ਵਿੱਚ ਵੜਾਂਗੇ, ਤੀਰਥਾਂ ਤੇ ਜਾ ਕੇ ਅਸੀਂ ਨਹੀਂ ਇਸ਼ਨਾਨ ਕਰਾਂਗੇ, ਨਾ ਅਸੀਂ ਵਿੱਚ ਵਸਦੇ ਜੀ ਜਨਤਾ ਨੂੰ ਸਤਾਵਾਂਗੇ। 68 ਤੀਰਥ ਗੁਰੂ ਦਿਖਾਏ, ਘਟ ਹੀ ਪੀਤਰ ਨਾਉ ਕੋ। ਕਹਿੰਦੇ ਸਾਨੂੰ 68 ਤੀਰਥ ਘਰ ਦੇ ਵਿੱਚ ਹੀ ਗੁਰੂ ਨੇ ਦਿਖਾ ਦਿੱਤੇ, ਇਸ ਕਰਕੇ ਇਸ ਤਾਂ ਆਪਣੇ ਘਟ ਦੇ ਵਿੱਚ ਹੀ ਇਸ਼ਨਾਨ ਕਰਾਂਗੇ, ਹਿਰਦੇ ਵਿੱਚ ਹੀ ਇਸ਼ਨਾਨ ਕਰਾਂਗੇ, ਕਿਉਂਕਿ ਸਾਨੂੰ ਗੁਰੂ ਨੇ ਆਪਣੇ ਹਿਰਦੇ ਵਿੱਚ ਹੀ 68 ਤੀਰਥ ਦਿਖਾ ਦਿੱਤੇ ਹਨ, ਤੇ ਅਸੀਂ ਕਿਤੇ ਬਾਹਰ ਜਾ ਕੇ ਤੀਰਥਾਂ ਤੇ ਇਸ਼ਨਾਨ ਨਹੀਂ ਕਰਾਂਗੇ, ਜੀ ਜਨਤਾ ਨੂੰ ਨਹੀਂ ਸਤਾਵਾਂਗੇ। ਪੰਜ ਸਹਾਈ ਜਨ ਕੀ ਸੋਭਾ, ਪਲੋ ਪਲੋ ਨਾ ਕਹਾਵੋ ਕੋ। ਕਹਿੰਦੇ ਪੰਜ ਜਨ ਨੇ ਜਿਹੜੇ ਉਸ ਪਰਮੇਸ਼ਰ ਦੀ ਸੋਭਾ ਕਰਦੇ ਨੇ, ਸਹਾਇਤਾ ਕਰਦੇ ਨੇ, ਕਹਿੰਦੇ ਉਹ ਵੀ ਆਪਣੇ ਆਪ ਨੂੰ ਕੋਈ ਭਲਾ ਨਹੀਂ ਕਹਾਊਗਾ, ਕਿਉਂਕਿ ਪਰਮੇਸ਼ਰ ਦੀ ਹੀ ਸਿਫਤ ਸਲਾਹ ਕਰਨੀ, ਆਪਣੀ ਵਡਿਆਈ ਨਹੀਂ ਕਰਨੀ, ਆਪਣੇ ਆਪ ਨੂੰ ਨਹੀਂ ਜਲਾਉਣਾ ਹੁੰਦਾ, ਆਪਣੇ ਆਪ ਨੂੰ ਭਲਾ ਨਹੀਂ, ਕਿਉਂਕਿ ਜੋ ਆਪਣੇ ਆਪ ਨੂੰ ਭਲਾ ਜਨਾਉਂਦਾ ਹੈ ਉਹਦੇ ਭਲਾਈ ਨੇੜੇ ਵੀ ਨਹੀਂ ਹੁੰਦੀ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ। ਇਸ ਕਰਕੇ ਸਿਫਤ ਸਲਾਹ ਉਸ ਪਰਮੇਸ਼ਰ ਦੀ, ਨਿਰੰਕਾਰ ਦੀ। ਨਾਮਾ ਕਹੇ ਚਿਤ ਹਰਸ਼ ਰਾਤਾ, ਸੁਨ ਸਮਾਦ ਸਮਾਓ ਕੋ। ਤੇ ਭਗਤ ਨਾਮਦੇਵ ਜੀ ਸਮਝਾਉਂਦੇ ਨੇ ਕਿ ਚਿੱਤ ਜਦੋਂ ਹਰੀ ਚ ਰਤਿਆ ਜਾਂਦਾ ਹੈ, ਫਿਰ ਜਾ ਕੇ ਮਨ ਸੁਨ ਸਮਾਦ ਦੇ ਵਿੱਚ ਸਮਾ ਜਾਂਦਾ ਹੈ,
ਉੱਥੇ ਅਸੀਂ ਸਮਾਵਾਂਗੇ। ਇਸ ਕਰਕੇ ਅਸੀਂ ਕੋਈ ਬਾਰੀ ਭੇਖ ਪਖੰਡ ਨਹੀਂ ਕਰਾਂਗੇ, ਕਿਉਂਕਿ ਸਾਨੂੰ ਸਭ ਕੁਛ ਘਰ ਵਿੱਚ ਹੀ ਦਿਖਾ ਦਿੱਤਾ ਹੈ। ਸਭ ਕੁਛ ਘਰ ਮੈਂ ਬਾਹਰ ਨਾ ਹੀ, ਬਾਹਰ ਟੋਲੇ ਸੋ ਪਰਮ ਭੋਲਾ ਹੀ। ਘਰ ਕਿਹੜੇ 10ਵੇਂ ਦੁਆਰ ਦੇ ਵਿੱਚ, 9 ਦਰਾਂ ਤੇ ਨਹੀਂ, ਕਿਉਂਕਿ ਸਾਡਾ ਸਰੀਰ 10 ਦੁਆਰਾਂ ਦਾ ਹੈ। और अगला शब्द है राम कोय न किसी ही केरा, जैसे तरबर पंख बसिया। ते समझाते ने इत्थे कोई भी किसी का नहीं है। असी संसार च आउंदे हाँ, ये तन भी अपना नहीं, तन भी मन इत्थे आउंदा है। जिवें एक मन पंछी का के दरख्त ते बैठता है ते फिर दरख्त तोड़ जाता है। दरख्त ते मालक ही नहीं करता, उसनूं अपना नहीं समझदा, सवेरे आके बैठता, शाम नूं उड़ जाता है। इदां ही साडा मन इस तन दे उत्ते आउंदा, विच बसदा है, पंछी की तरह ही है। इत्थे कोई भी मन दा नहीं है। कौन है? सिर्फ परमेश्वर राम हरि, उस तो बिना कोई भी अपना नहीं है। हाँ, राम साडा है, आपां उस दे हो जाइए, वो साडा हो जाता है। उस तो बिना कोई भी साडा संगी साथी नहीं है। ते हुण समझाउंदे ने कि वो राम कित्थे है। राम कट दे विच वसिया होया है, सब च उसे दी जोत है, उसे दी रचना है संसार। ते जे वो रचना नहीं रचदा फिर तो इत्थे कुछ हुंदा ही ना, आपां भी नहीं हुंदे, क्योंकि आपां कोई अज तो नहीं, सतयुग तो चले आ रहे। हाँ, सतयुग त्रेता द्वापर कलयुग आ गया है, पता नहीं किन्नियां जूनां दे विच भटक के आए हाँ, लेकिन उसकी रचना है, इस करके आपां संसार च हाँ अज। ते समझाउंदे ने, कहंदे माया ना होती बाप ना होता, कर्म ना होती काया। जे परमेश्वर ना हुंदा, उस तो बाद ना मां हुंदा, ना बाप हुंदा, ना कोई कर्म हुंदा, ना काया हुंदी। हम नहीं होते तुम नहीं होते, जदों हुंदा ही नहीं, ना हम असी हुंदे, ना तू हुंदा, ना मैं हुंदा, ना तू हुंदा। कवन कहाँ ते आया, फिर कोई कित्थों आया हुंदा, क्योंकि सारे कित्थों पैदा होए, उस मालिक तो पैदा होए। हाँ, चंद ना होता सूर ना होता, पानी पवन मिलाया, ना फिर चंद हुंदा ना सूरज हुंदा, ते पवन पानी कट्ठे ये भी ना मिलाए हुंदे, जिहदे द्वारा सृष्टि की रचना हुई है। शास्त्र ना होता वेद ना होता, कर्म कहाँ ते आया, ना कोई शास्त्र हुंदा, ना कोई वेद हुंदा, ना कोई कर्म हुंदा, क्योंकि सारा कुछ किस तो आया है, उस परमेश्वर तो ही पैदा होया है। खेचर पूचर तुलसी माला, गुर प्रसादी पाया। ते समझाउंदे ने कि जदों गुर दी किरपा दे नाल देखिया, फिर सारा कुछ उस परमेश्वर तो ही, उसे दी रचना है। गुर दे ज्ञान द्वारा कि वो सारा संसार उसे दे डोरी दे विच परोया होया है। सब नूं चलाउण वाला वही है, क्योंकि वही साडा असली है, उस तो बिना कोई भी नहीं है। नामा परनमय परमताता है, सतगुर होए लखाया। ते भगत बाबा नामदेव जी समझाउंदे ने, कहंदे परम तत्त है जिहड़ा, जिहदे द्वारा उस परमेश्वर दा ज्ञान हुंदा है, सतगुर होए लखाया। कहंदे आ परमेश्वर ने सतगुर दे रूप दे विच होके आपा लखाया है। फिर सोची आउंदी है कि इत्थे साडा जे है तां परमेश्वर उसका नाम है, उसे दी सारी रचना है। सब घट मेरे हों सब न अंदर, सब में जोत जोत है सोए, तिसदा चानन सब में चानन होए। उसे दा सारे च चानन है, उसे दी जोत है, क्योंकि उसे तो वही साडा फिर अंत समय सहायता करता है। आद अंत जो राखण हार, तिसो प्रीत ना करे कबार। जदों माता दे गर्भ च हुंदे, माता नूं भी नहीं पता हुंदा कि बच्चा किवें पलदा है। उत्थे भी पालनहार कौन है? आद दे विच परमेश्वर, माता दे गर्भ। जदों इस संसार तो जाना है, अंत समय फिर वही रखता है। वो आद ते अंत रखण वाला है, ते इत्थे भी पाल ही रहा सब नूं। इस करके उस तो बिना सब कुछ व्यर्थ है, कुछ है ही नहीं। जो नहीं
कुछ भी नहीं सी होना, सब उस दी रचना है। इस करके समझाउंदे ने, कहंदे पर यह ज्ञान कदों हुंदा है, जदों प्रभु किरपा करदा है, जनाउंदा है, फिर उस द्वारा एक सच्चा ज्ञान दे के आपा लिखाउंदा है, आपा ज्ञान देंदा है। फिर ਉਹੀ परम तत्त ਦੀ ਸਾਨੂੰ ਸੋਚੀ ਆਉਂਦੀ, क्योंकि ਉਹੀ है, ਉਸੇ ਦੀ ਇਹ ਮਾਇਆ ਇੱਕ ਖੇਲ है। जो उसकी रचना ना होंदी ते कुछ भी ना होंदा, उसी ने रचा है संसार। सो इस तरीके नाल 3 शब्द सी जिहड़े आपां विचारन तो रह गए सी। सो आओ हुण आपां नाल अभ्यास करना है, क्योंकि कल तो आपां फिर अगे शुरू करांगे अगला जिहड़ा राग है। ते आओ हुण आपां जो ये समझिया है वही आपां करना है, क्योंकि आप भी कमाउणा है, होरां नूं भी दसना है कि असीं अपने घर दे विच ही उस परमेश्वर नूं पा लैणा है जिसने सानूं ये मनुखा देही बख्शिश की है, जिसने सानू मनुखा जीवन बख्शिश किया है। सो आओ की करना है आपां ने, जिवें आपां विचार के आए हाँ कि कित्थे दा ज्ञान लेना है, किवें अपने मन नूं राम नाम दे विच वेदना है। जिवें उदाहरणां दित्तियां, कुछ भी करदे होइए ध्यान परमेश्वर च जुड़ जावे। जदों एक बारी जुड़ गया, जुड़े जदों परम खत्म हो गया, फिर तो दूजा है ही नहीं, सब दे विच वही है, सब कारज उसदे ने, सब कुछ उसे दा है। सो की किवें जुड़ना है, गल है जुड़न दी, भरम नूं खत्म करन दी, ते साक्षात उसदे दर्शन करन दी। किवें हुंदा है सारा ही आपां अपनी जिहड़ी दृष्टि है, क्योंकि दर्शन तां नेत्रां नाल ही होणगे, पर दो दृष्टि च नहीं होंदे, एक दृष्ट होके देखांगे, खुद नूं पहचानांगे, आपे नूं अपने आप नूं सवारांगे, फिर ही प्रभु दा मिलाप होता है। आप सवारा मैं मिला, कहंदे आपा सवारन दे नाल ही मैं मेरी प्राप्ति हुंदी है, मेरा मिलाप हुंदा है। मैं मिलिया सुख होए, जदों तुसीं मैनूं मिल लूंगे फिर सुख प्राप्त होएगा। फरीदा जे तू मेरा होए रहे, ते बाबा फरीद जी नूं समझाउंदे ने कि हे फरीदा जे तू मेरा हो के रहेगा, सब जग तेरा होए, सब शक्ति सारा संसार ही तेरा हो सकता है, पर शर्त है कि तू मेरा होके रहना है। जे मेरा होके रहेगा सारा संसार, पर मेरा होने वास्ते, मैनू मिलने वास्ते तेनू अपने आप नूं सवारना पैना है। सो आपां खुद नूं ही सवारना है। किवें है सवारना, की है कि असीं किवें बिगड़े हाँ, की सवारना है, क्योंकि सवारदे किस नूं, जिहड़ा बिगड़ गया। बिगड़िया की है, साडा रूप बिगड़ गया है। असी कौन सी, सानू परमेश्वर ने किहो जे पैदा कीता सी, परमहंस पैदा कीता सी, सानू प्रकाश रूप जोत स्वरूप पैदा कीता सी। जदों संसार दी रचना कीती सतयुग दे विच, फिर हौली हौली साडा मन नूं नाम दा भेद भुल गया, ते इस करके मन दा इशनान ही नहीं होया, ते मन अस्थूल हो गया, मन नूं हौमे दी मैल लग गई, ते अपने रूप नूं भुल गया, बिगड़ रूप हो गया। हुण फिर बिगड़ रूप नूं फिर सवारना है। सरमखंड दे विच बैठ के आपां इस नूं सवारना है, पहला ज्ञान लैके, फिर सरमखंड दे विच फिर इसकी काढ़त नूं कढ़ना है। कैसी कढ़नी है, बहुत सुंदर रूप, वही जो सतयुग दे विच सानूं दिता सी, वही रूप फिर प्रगट हो जाता है।
सो उसके वास्ते आपां देखना है पहला तो जो कोई नवा जीव उसने समझने की कोशिश करनी है कि साडा बिगड़ रूप की है, ताकि असी उसनूं सवारीए गुर दे ज्ञान द्वारा ते साडा रूप प्रकाश हो जावे। किवें दिसदा है? अपनी दृष्टि नूं दोनों नेत्रां नूं इस पॉइंट ते आपां फोकस करना है। इत्थे ध्यान जोड़ के ये देखना हुंदा है कि सानू अपना नक नज़र आ रहा है, क्योंकि नक नज़र आएगा दो सुरां ईड़ा पिंगला ही नज़र आउणगे, सूखमना नज़र नहीं आएगी। फिर ये देखना हुंदा है जे नक दिसदा है किस पासे तो दिसदा है। जे ध्यान सज्जे होगा सिर्फ सज्जे पासों नक दिसेगा, जे ध्यान खब्बे ज़्यादा होगा सिर्फ खब्बे पासों दिसेगा, जे ध्यान विचाले होएगा दोनों पासे तो नक दिसेगा। एक दृष्ट होवांगे नक नज़र नहीं आएगा, जां हल्की जी परछाई खब्बे पासे सानू नज़र आ सकती है, एक परछाई जी। तो उस तो अगे जो गुर दे ज्ञान द्वारा कमावांगे फिर सानू प्रकाश हो जाएगा। अपना नक कीड़ा पिंगला अलोप होके सानू प्रकाश रूप दिसना शुरू हो जाएगा। उत्थे साडी सुखमना प्रगट हो जाती है, निर्मल हो जाती है। फिर उस सुखमना अंदर कर उत्थे बैठ के दृढ़ करके फिर सानू आगे पहचान हो जाती है नाम दी, परमेश्वर दी, आत्मा ते परमात्मा दी। सो उस वास्ते करना की है आपने मेरे वाल देख लो, जेकर कोई नवा जीव है पर करना विश्वास के नाल है। जो विश्वास नहीं करांगे नहीं होएगा, जो आप कहते हाँ वो नहीं होएगा जे विश्वास नहीं करेंगे। जे विश्वास करांगे फिर पक्का होएगा। इस करके इत्थे आपां सावधान होकर चलना है। मेरे वाल देख लवो की करना वो मैं आपां करना है, बस बड़ा सौखा मार्ग है। अपनी दृष्टि नूं सब तो पहला इस पॉइंट ते टिकावांगे, ये देखांगे कि नक नज़र आउंदा कि नहीं आउंदा, जे आउंदा किस पासे तो आउंदा, सज्जे खब्बे या दोनों पासे तो। ये तो फिर मैं आप जी नूं आवाज़ देवांगा कि ध्यान सामने लैके आओ, इत्थों आपां सामने देखना है। ये तो फिर मैं आप जी नूं आवाज़ देवांगा कि ध्यान मस्तक दे सामने लै जाओ, आप पलकां उत्ते चुक देनी। ये तो फिर मैं कहांगा ध्यान सामने लाओ, फिर सामने देखना है। फिर मैं कहांगा ध्यान नक ते सम कर लो, फिर अपने नक ते सम करके देखना है। सो इस तरीके दे नाल आपां जदों करांगे फिर देखांगे। सब तो पहला एक दृष्ट होना है। एक दृष्टि निशानी की होगी कि सानू अपना नक नज़र नहीं आएगा, या पहला पहला लेफ्ट साइड तो एक परछाई जी नज़र आएगी, फिर प्रकाश रूप हो जाएगी, फिर नक सानू अपना ट्रांसपेरेंट दिसना शुरू होएगा। सो आओ अपनी दृष्टि नूं नक ते सम करके देखिए कि सानू नक नज़र आ रहा है कि नहीं आ रहा। जे आ रहा तो किस पासे तो आ रहा, सज्जे खब्बे या दोनों पासे तो। ध्यान सामने लेके आइए, सामने देखिए। मस्तक दे सामने ले जो ध्यान, पलकों ते चुक दो। फिर सामने लेके आइए ध्यान, सामने देखिए।
फिर नक ते सम करके देखिए, नक ते ला के देखिए। हुण देखना ही है कि सानू हुण नक नज़र आउणों हट के, जेकर कोई नवां जी ਜਿਹੜੇ रोज़ ते आउंदे ने उन्हें अपनी जोत नूं देखना है कि जोत निर्मल है, कोई मैल तो नहीं लगी, कोई इश्तेशाई तो नहीं है, कोई दाग तो नहीं है। जे लग्या तो देखना हुंदा किवें लग्या, किहड़ा ऐसा कारज कीता जिहदे नाल साडी मन जोत मैली होई है, जे इश्तेशाई आई है। नीचे ध्यान लीजिए, नीचे बिल्कुल रिलैक्स, जो कपड़ा वगैरह है थले विछया उसके ऊपर ही सानू प्रकाश अनुभव होना शुरू होएगा। सानू इदां अनुभव होएगा कि कपड़े दे उत्ते एक पानी की हलचल हो रही है, एक प्रकाश की हलचल हो रही, एक चिलमिल सानू अनुभव होएगी, जिसनू आपां देखी जाना है, प्रेम ही पाउणा है। और फिर दृष्टि सम करके देखिए अपने आप नूं, नक ते सम करके फिर देखिए अपने आप नूं, अपनी जोत नूं। अपना स्वरूप प्रगट हो जाता है, प्रकाश स्वरूप, अपने प्रकाश स्वरूप नूं देखना है। फिर नीचे लीजिए ध्यान, बिल्कुल रिलैक्स नीचे लीजिए ध्यान।
फिर दृष्टि सम करके देखिए अपने आप ਨੂੰ। दृष्टि सम करके अपने आप ਨੂੰ देखिए, अपने रूप ਨੂੰ देखना है, प्रकाश रूप ਨੂੰ देखना है। फिर नीचे ले जाइए ध्यान, बिल्कुल लक्ष्य नीचे देखना। बिल्कुल नीचे ध्यान ले जाइए, बिल्कुल लक्ष्य देखना है नीचे। फिर दृष्टि सम करके देखिए अपने आप ਨੂੰ। दृष्टि सम करके फिर अपने आप ਨੂੰ देखिए, अपने स्वरूप ਨੂੰ देखिए, प्रकाश स्वरूप ਨੂੰ देखिए। फिर नीचे ले जाइए ध्यान,
फिर दृष्टि सम करके देखिए अपने आप ਨੂੰ, अपने स्वरूप ਨੂੰ देखिए, प्रकाश रूप ਨੂੰ देखिए, दृष्टि सम करके। नीचे ले जाइए ध्यान, फिर नीचे ध्यान ले जाइए, रिलैक्स देखना है। रिलैक्स देखना बिल्कुल नीचे। सामने लेके आइए ध्यान, सामने देखिए।
मस्तक दे सामने लै जाइए ध्यान, पलकां उत्ते चुकदी। सामने लेके आइए ध्यान, सामने देखिए। नीचे ले जाइए ध्यान, फिर रिलैक्स नीचे देखना है। नीचे ले जाइए ध्यान, बिल्कुल रिलैक्स नीचे देखना है।
सम करके देखिए अपने आप ਨੂੰ, दृष्टि सम करके अपने आप ਨੂੰ देखिए। वाहिगुरु जी का खालसा, वाहिगुरु जी की फतेह। सो गुरमुख प्यारिओ, इस तरीके नाल आपां जदों अभ्यास करांगे ईड़ा पिंगला सुखमना जिथे इन्हां दा संजोग है उत्थे अपने चेतर नूं सूरज ते चंद्रमा नूं भावें इस पॉइंट ते दोनां नूं सम करके रखांगे ते साडा आपा खत्म हो जाएगा, साडी जोत ब्रह्म जोत दे विच मिल जाएगी। ते फिर सानू बाहरी कर्म कांड छड्ड के असीं सब कुछ, साडा मन अपने घर विच वस जाएगा, अपने घर विच ही नाम ही आएगा, नाम ही इसका रूप है, नाम इसका रंग है, नाम ही सच्चा तन है। नाम तन नामो रूप रंग, नामो सुखार नाम का संग, नाम द्वारा ही सुख प्राप्त होगा, नाम का संगी हो जाएगा। इस तरीके दे नाल मन निर्मल हो जाएगा ते साडा जीवन दा मनोरथ है पूर्ण हो जाएगा। सो संसार दे विच कर्म करदे आपां उस दे नाल चित जोड़ के रख सकते हाँ। इस जो भगतां ने कीता वो सानू समझाया है, आपां भी कर सकते हाँ। सो इन्निक विचार करदे हाँ, बहुत सारियां भुलां हो जांदियां हन। आप संगत सतगुरु जी बख्शण जोग हो, बख्श लैना जी। वाहिगुरु जी का खालसा, वाहिगुरु जी की फतेह।